ਸਤਨਾਮ ਸ੍ਰੀ ਵਾਹਿਗੁਰੂ 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 ਜੀ ਵਾਹਿਗੁਰੂ ਜੀ। ਬਹੁਤ ਲੋਕਾਂ ਦਾ ਪ੍ਰਸ਼ਨ ਹੁੰਦਾ ਹੈ, ਜੇ ਸਾਨੂੰ ਆਪਣੇ ਕੀਤੇ ਹੋਏ ਚੰਗੇ ਮਾੜੇ ਕਰਮਾਂ ਦਾ ਲੇਖਾ ਜੋਖਾ ਹੀ ਭੁਗਤਣਾ ਹੈ ਤਾਂ ਫਿਰ ਭਗਤੀ ਕਰਨ ਦੀ ਕੀ ਲੋੜ ਹੈ। ਬਿਲਕੁਲ ਠੀਕ ਹੈ, ਭਗਤੀ ਕਰਨ ਦੀ ਕੀ ਲੋੜ ਹੈ ਜਦ ਚੰਗੇ ਮਾੜੇ ਕਰਮਾਂ ਦਾ ਨਤੀਜਾ ਸਾਨੂੰ ਆਪ ਭੁਗਤਣਾ ਹੈ। ਤਾਂ ਭਗਤੀ ਕਰਨਾ ਕੀ ਮਾੜਾ ਕਰਮ ਹੈ? ਜੇ ਚੰਗੇ ਕਰਮ ਕਰਨੇ ਹਨ, ਆਪਾਂ ਚੰਗੇ ਕਰਮ ਕਰਦੇ ਹਾਂ, ਕੀ ਭਗਤੀ ਮਾੜਾ ਕਰਮ ਹੈ? ਭਗਤੀ ਨੂੰ ਵੀ ਚੰਗਾ ਕਰਮ ਸਮਝ ਕੇ ਥੋੜ੍ਹਾ ਬਹੁਤਾ ਜ਼ਰੂਰ ਕਰਨਾ ਚਾਹੀਦਾ ਹੈ। ਮੇਰਾ ਵੀ ਇਹੀ ਪ੍ਰਸ਼ਨ ਹੈ ਕਿ ਭਗਤੀ ਬਿਨਾਂ ਕਿਸੇ ਕਰਮ ਦੇ ਹੋ ਸਕਦੀ ਹੈ? ਜੇ ਚੰਗੇ ਮਾੜੇ ਕਰਮ ਅਸੀਂ ਕਿਸੇ ਨਾ ਕਿਸੇ ਤਰੀਕੇ ਨਾਲ ਕਰਦੇ ਹਾਂ, ਉਸੇ ਤਰ੍ਹਾਂ ਭਗਤੀ ਵੀ ਕਰ ਸਕਦੇ ਹਾਂ। ਭਗਤੀ ਵੀ ਬਿਨਾਂ ਕਿਸੇ ਕਰਮ ਦੇ ਹੋ ਸਕਦੀ ਹੈ? ਬਿਲਕੁਲ ਨਹੀਂ। ਜਿਸ ਤਰ੍ਹਾਂ ਹੋਰ ਕਰਮ ਕਰਨ ਲਈ ਕੋਈ ਨਾ ਕੋਈ ਯਤਨ ਕਰਨਾ ਪੈਂਦਾ ਹੈ, ਫਿਰ ਉਸ ਕਰਮ ਦਾ ਫਲ ਮਿਲਦਾ ਹੈ। ਜਦੋਂ ਆਪਾਂ ਰੱਬ ਦੀ ਭਗਤੀ ਕਰਾਂਗੇ, ਕਰਨ ਦਾ ਯਤਨ ਕਰਾਂਗੇ, ਤਾਂ ਕਿ ਉਸ ਕੀਤੇ ਹੋਏ ਕਰਮ ਦਾ ਫਲ ਨਹੀਂ ਮਿਲੇਗਾ? ਜਦ ਸਾਰੇ ਕਰਮਾਂ ਦਾ ਫਲ ਮਿਲੂਗਾ ਤਾਂ ਭਗਤੀ ਦਾ ਫਲ ਵੀ ਤਾਂ ਮਿਲੂਗਾ। ਇਸ ਲਈ ਹੋਰ ਕਰਮਾਂ ਦੇ ਨਾਲ ਨਾਲ ਰੱਬ ਦੀ ਭਗਤੀ ਕਰਨ ਵਾਲੇ ਕਰਮ ਵੀ ਕਰਨੇ ਚਾਹੀਦੇ ਹਨ ਜੀ, ਤਾਂ ਕਿ ਕੀਤੇ ਹੋਏ ਮਾੜੇ ਚੰਗੇ ਕਰਮਾਂ ਦਾ ਲੇਖਾ ਜੋਖਾ ਖਤਮ ਹੋਵੇ ਅਤੇ ਰੱਬ ਦੀ ਭਗਤੀ ਦਾ ਖਜ਼ਾਨਾ ਵਧਣ ਲੱਗ ਜਾਵੇ। ਮਾੜੇ ਚੰਗੇ ਕੀਤੇ ਹੋਏ ਕਰਮ ਖਤਮ ਹੋਣ, ਜਿਹੜੀ ਭਗਤੀ ਕਰ ਰਹੇ ਹੈ ਉਹਦਾ ਖਜ਼ਾਨਾ, ਉਹ ਭਗਤੀ ਦੇ ਕਰਮ ਸਾਡੇ ਵਧਣ ਲੱਗ ਜਾਣ। ਇਸ 84 ਦੇ ਚੱਕਰ ਵਿੱਚੋਂ ਨਿਕਲ ਸਕੀਏ। ਸੋ ਭਗਤੀ ਕਰਨੀ ਵੀ ਇੱਕ ਕਰਮ ਹੈ। ਜੇ ਹੋਰ ਕਰਮਾਂ ਦਾ ਹਿਸਾਬ ਕਿਤਾਬ ਸਾਨੂੰ ਭੁਗਤਣਾ ਪੈਣਾ ਹੈ ਤਾਂ ਭਗਤੀ ਕਰਾਂਗੇ, ਉਸ ਦਾ ਹਿਸਾਬ ਕਿਤਾਬ ਵੀ ਤਾਂ ਸਾਨੂੰ ਮਿਲੂਗਾ। ਲੇਕਿਨ ਫਰਕ ਇੰਨਾ ਹੈ ਵੀ ਜਿੰਨੇ ਵੀ ਅਸੀਂ ਕਰਮ ਕਰਦੇ ਹਾਂ, ਜਿਹੜੀਆਂ ਅਸੀਂ ਭਗਤੀਆਂ ਕਰਦੇ ਹਾਂ, ਉਹ ਸਰੀਰ ਤੋਂ ਬਾਹਰ ਕਰਦੇ ਹਾਂ। ਸੋਚਦੇ ਬੇਸ਼ੱਕ ਸਰੀਰ ਦੇ ਨਾਲ ਹੈ। ਜਿੰਨੀ ਵੀ ਭਗਤੀ ਕਰਨੀ ਹੈ ਅਸੀਂ ਆਪਣੇ ਸਰੀਰ ਦੇ ਅੰਦਰ, ਮਨ ਦੇ ਅੰਦਰ, ਦਿਲ ਦਿਮਾਗ ਬੁੱਧੀ ਦੇ ਅੰਦਰ ਹੀ ਸੋਚ ਕੇ ਕਰਦੇ ਹਾਂ ਵੀ ਸਵੇਰ ਨੂੰ ਆਪਾਂ ਨੇ ਫਲਾਣੇ ਗੁਰਦੁਆਰੇ ਮੰਦਿਰ ਜਾਂ ਕਿਸੇ ਤੀਰਥ ਸਥਾਨ 'ਤੇ ਜਾਣਾ ਹੈ, ਉੱਥੇ ਅਸੀਂ ਇੰਨੇ ਪੈਸੇ ਖਰਚਣੇ ਹਨ, ਇੰਨਾ ਸਾਡਾ ਰਸਤੇ ਦਾ ਕਿਰਾਇਆ ਹੈ, ਇੰਨਾ ਅਸੀਂ ਟਾਈਮ ਲਾਉਣਾ ਹੈ, ਜਾਂ ਅਸੀਂ ਕੱਲ੍ਹ ਨੂੰ ਜਾਂ ਪਰਸੋਂ ਨੂੰ ਸ਼ਾਮ ਨੂੰ ਅਸੀਂ ਕਿਸੇ ਧਾਰਮਿਕ ਸਥਾਨ 'ਤੇ ਜਾਣਾ ਹੈ। ਅਸੀਂ ਸੋਚਦੇ ਤਾਂ ਅੰਦਰ ਹੈ, ਲੇਕਿਨ ਕਰਮ ਬਾਹਰ ਕਰਦੇ ਹਾਂ। ਬਾਹਰ ਆ ਕੇ ਅਸੀਂ ਸਕੂਟਰ ਮੋਟਰਸਾਈਕਲ 'ਤੇ, ਕਾਰ 'ਤੇ, ਜੀਪ 'ਤੇ ਅਸੀਂ ਉਸ ਤੀਰਥ ਸਥਾਨ 'ਤੇ ਜਾਂਦੇ ਹਾਂ ਅਤੇ ਉੱਥੇ ਫਿਰ ਕਰਮ, ਉਹ ਸਾਡਾ ਕਰਮ ਚੰਗਾ ਕਰਮ ਗਿਣਿਆ ਗਿਆ। ਲੇਕਿਨ ਉਹਦਾ ਫਲ ਸਾਨੂੰ ਇਸ ਸੰਸਾਰ ਦੇ ਅੰਦਰ ਹੀ ਮਿਲੂਗਾ, ਕਿਉਂਕਿ ਅਸੀਂ ਸੰਸਾਰ ਦੇ ਅੰਦਰ ਉਹ ਕਰਮ ਕੀਤਾ ਹੈ। ਲੇਕਿਨ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ, ਇਹ ਸਾਨੂੰ ਕਹਿੰਦਾ ਹੈ ਵੀ ਤੁਸੀਂ ਆਪਣੇ ਅੰਦਰ ਕਰਮ ਕਰੋ। ਅਗਰ ਭਗਤੀ ਦਾ ਕਰਮ ਕਰਨਾ ਹੈ, ਭਗਤੀ ਦਾ ਕਰਮ ਬਾਹਰ ਨਹੀਂ ਹੋ ਸਕਦਾ, ਉਹ ਸਰੀਰ ਦੇ ਅੰਦਰ ਹੋਊਗਾ। ਬਾਹਰ ਜਿੰਨੇ ਵੀ ਕਰਮ ਧਰਮ ਹਨ, ਉਹ ਸਾਰੇ ਕੀਤੇ ਹੋਇਆਂ ਦਾ ਫਲ ਭੁਗਤਣਾ ਪਊਗਾ। ਚੰਗੇ ਤੋਂ ਚੰਗਾ, ਮਾੜੇ ਤੋਂ ਮਾੜੇ ਕਰਮ ਦਾ ਫਲ ਸਾਨੂੰ ਇਸ ਧਰਤੀ ਦੇ ਉੱਤੇ ਹੀ ਭੁਗਤਣਾ ਪਊਗਾ, ਦੁਬਾਰਾ ਆਉਣਾ ਪਊਗਾ। ਇਸੇ ਤਰ੍ਹਾਂ ਮਹਾਰਾਜ ਨੇ ਬਾਣੀ ਦੇ ਅੰਦਰ ਵੀ ਲਿਖਿਆ ਹੈ, ਅੰਗ 747, ਅੰਗ 747 ਦੇ ਅੰਦਰ ਮਹਾਰਾਜ ਨੇ ਸਾਫ਼ ਲਫ਼ਜ਼ਾਂ ਵਿੱਚ ਲਿਖਿਆ ਹੈ, ਜੋ ਆਪਾਂ ਨੇ ਪਹਿਲਾਂ ਵਿਚਾਰ ਕੀਤੀ, ਗੱਲਬਾਤ ਕੀਤੀ ਹੈ। ਸੂਈ ਮਹੱਲਾ ਪੰਜਵਾਂ, ਕਰਮ ਧਰਮ ਪਾਖੰਡ ਜੋ ਦਿਸੈ, ਤਿੰਨ ਜਮ ਜਗਾਤੀ ਲੁੱਟੈ। ਇਹ ਜਿੰਨੇ ਵੀ ਅਸੀਂ ਚੰਗੇ ਮਾੜੇ ਕਰਮ ਕਰਦੇ ਹਾਂ, ਕਰਮ ਧਰਮ, ਧਰਮ ਦੇ ਕਰਮ ਵੀ, ਉਹਨਾਂ ਨੂੰ ਮਹਾਰਾਜ ਨੇ ਪਖੰਡ ਕਹਿ ਕੇ ਦੱਸਿਆ ਹੈ। ਧਰਮ ਪਖੰਡ, ਕਰਮ ਧਰਮ ਪਖੰਡ, ਇਹ ਜੋ ਵੀ ਦਿਸਦੇ ਹਨ ਸਾਨੂੰ ਜਾਂ ਅਸੀਂ ਕਰਦੇ ਹਾਂ, ਇਹਨਾਂ ਨੂੰ ਜਮ ਜਗਾਤ ਦੇ
ਵਿੱਚ ਲੁੱਟ ਲੈਂਦੇ ਹਨ। ਜਗਾਤ ਕੀ ਹੈ? ਜਦੋਂ ਆਪਾਂ ਇੱਕ ਸ਼ਹਿਰ ਤੋਂ ਦੂਏ ਸ਼ਹਿਰ 'ਚ ਜਾਂਦੇ ਹਾਂ ਤਾਂ ਚੁੰਗੀ ਲੱਗਦੀ ਹੈ। ਪਹਿਲਾਂ ਤਾਂ ਹਰੇਕ ਜਗ੍ਹਾ ਚੁੰਗੀ ਲੱਗਿਆ ਕਰਦੀ ਸੀ, ਅਤੇ ਉਹ ਚੁੰਗੀ ਨੂੰ ਜਗਾਤ ਕਹਿੰਦੇ ਹਨ, ਜਾਂ ਟੈਕਸ ਕਹਿ ਲਓ। ਜਦੋਂ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਲਿਜਾਂਦੇ ਆਪਾਂ ਸਮਾਨ, ਅੱਜ ਕੱਲ੍ਹ ਕਈ ਤਰ੍ਹਾਂ ਦੇ ਟੈਕਸ ਆ ਗਏ, ਅਤੇ ਇਹ ਜਿਹੜੇ ਟੈਕਸ ਹਨ ਇਹ ਸਾਨੂੰ ਦੇਣੇ ਪੈਂਦੇ ਹਨ। ਇਹ ਜਿਹੜੇ ਹਨ ਇਹ ਲੁੱਟ ਲੈਂਦੇ ਹਨ। ਅੱਜ ਕੱਲ੍ਹ GST ਹੈ, GST ਹਰੇਕ ਜਗ੍ਹਾ ਲੱਗਦੀ ਹੈ, ਅਤੇ GST ਜਗਾਤ ਇੱਕੋ ਗੱਲ ਹੈ ਵੀ ਇਹ ਸਰਕਾਰ ਜਿਹੜੀ ਹੈਗੀ ਹੈ, ਧਰਮਰਾਜ ਜਿਹੜੇ ਹੈਗੇ ਆ, ਉਹਦੇ ਜਿਹੜੇ ਕਰਿੰਦੇ ਹੈਗੇ ਹੈ ਉਹ ਸਾਨੂੰ ਲੁੱਟ ਲੈਂਦੇ ਹਨ। ਨਿਰਵਾਣ ਕੀਰਤਨ ਗਾਵੋ ਕਰਤੇ ਕਾ, ਨਿਮਖ ਸਿਮਰਤ ਜਿਤ ਛੁਟੈ। ਕਰਤੇ ਦਾ ਰੱਬ ਦਾ ਨਿਰਮਾਣ ਕੀਰਤਨ ਜਿਹੜਾ ਹੈਗਾ ਉਹ ਸਿਰਫ ਇਨਸਾਨ ਦੇ ਅੰਦਰ ਹੋ ਰਿਹਾ ਹੈ। ਉਹ ਅੰਦਰ ਸ਼ਬਦ ਕੀਰਤਨ ਉਹਨੂੰ ਸੁਣਨੇ ਦੀ ਕੋਸ਼ਿਸ਼ ਕਰੋ, ਤਾਂ ਅਸੀਂ ਇਸ ਭਵ ਸਾਗਰ ਤੋਂ ਛੁੱਟ ਸਕਦੇ ਹਾਂ। ਸੰਤੋ ਸਾਗਰ ਪਾਰ ਉਤਰੀਐ, ਜੇ ਕੋ ਬਚਨ ਕਮਾਵੈ ਸੰਤਨ ਕਾ, ਸੋ ਗੁਰ ਪ੍ਰਸਾਦੀ ਤਰੀਐ। ਰਹਾਓ, ਮਹਾਰਾਜ ਸਾਨੂੰ ਸੰਤ ਕਹਿ ਕੇ ਬਿਆਨ ਕਰ ਰਹੇ ਨੇ ਵੀ ਇਹ ਸੰਤੋ ਸਾਗਰ ਪਾਰ ਉਤਰੀਐ, ਵੀ ਇਸ ਭਵ ਸਾਗਰ ਤੋਂ ਤੁਸੀਂ ਪਾਰ ਹੋ ਜਾਓ। ਕਾਹਨੂੰ? ਤੁਸੀਂ ਚੰਗੇ ਮਾੜੇ ਕਰਮਾਂ ਦੇ ਅੰਦਰ ਫਸੇ ਹੋਏ ਹੋ। ਆਪਣੇ ਅੰਦਰ ਨਿਰਵਾਣ ਕੀਰਤਨ ਸੁਣੋ, ਨਿਰਵਾਣ ਕੀਰਤਨ ਕਰੋ, ਨਿਰਵਾਣ ਕੀਰਤਨ ਦੇ ਨਾਲ ਆਪਣੇ ਅੰਦਰ ਦੇ ਸ਼ਬਦ ਦੇ ਨਾਲ ਜੁੜੋ। ਜੇ ਕੋ ਬਚਨ ਕਮਾਵੈ ਸੰਤਨ ਕਾ, ਸੋ ਗੁਰ ਪ੍ਰਸਾਦੀ ਤਰੀਐ। ਹੁਣ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ 6 ਗੁਰੂ, 15 ਹੋਰ ਸਾਧੂ ਸੰਤ ਮਹਾਤਮਾ, ਕਿੰਨਿਆਂ ਦੀ ਬਾਣੀ ਹੈ। ਜੇ ਅਸੀਂ ਇਹਨਾਂ ਦੀ ਗੱਲ ਨਹੀਂ ਮੰਨਾਂਗੇ, ਨਹੀਂ ਸੁਣਾਂਗੇ, ਫਿਰ ਆਪਣੀ ਮਰਜ਼ੀ ਕਰਾਂਗੇ ਤਾਂ ਆਪਣੀ ਮਰਜ਼ੀ ਨਾਲ ਚੱਲੋ ਭਾਈ। ਜੇ ਕੋ ਬਚਨ ਕਮਾਵੈ ਸੰਤਨ ਕਾ, ਸੋ ਗੁਰ ਪ੍ਰਸਾਦੀ ਤਰੀਐ। ਸੰਤਾਂ ਦਾ ਬਚਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਕਿੰਨੇ ਹੀ ਸੰਤਾਂ ਦਾ ਬਚਨ ਹਨ, ਉਹਨਾਂ ਨੂੰ ਸੁਣੋ ਅਤੇ ਉਹਨਾਂ ਦੀ ਕਿਰਪਾ ਨਾਲ, ਪ੍ਰਸਾਦੀ ਕਿਰਪਾ ਨਾਲ ਇਸ ਭਵ ਸਾਗਰ ਨੂੰ ਤਰੋ। ਰਹਾਓ, ਕੋਟ ਤੀਰਥ ਮੰਜਨ ਇਸ਼ਨਾਨਾ, ਇਸ ਕਲਮੈ ਮੈਲ ਪਰੀਜੈ। ਆਪਾਂ ਤਾਂ 1 2 5 7 ਤੀਰਥਾਂ 'ਤੇ ਜਾ ਕੇ ਇਸ਼ਨਾਨ ਕਰ ਲਾਂਗੇ, ਲੇਕਿਨ ਮਹਾਰਾਜ ਕਹਿੰਦੇ ਵੀ ਲੱਖਾਂ ਕਰੋੜਾਂ ਨਹੀਂ, ਕੋਟ ਤੀਰਥਾਂ 'ਤੇ ਜਾ ਕੇ ਡੁਬਕੀਆਂ ਲਾ ਕੇ ਮੰਜਨ ਇਸ਼ਨਾਨ ਕਰਕੇ ਇਸ ਕਲਮੈ ਮੈਲ ਪਰੀਜੈ। ਇਹ ਕਲਯੁੱਗ ਦੇ ਅੰਦਰ ਇਹ ਧਰਮ ਕਰਮ ਚੱਲਦੇ ਹੀ ਨਹੀਂ ਹੈਗੇ। ਮਹਾਰਾਜ ਨੇ ਉਪਨਿ ਕਹਿੰਦਾ ਇਹ ਤਾਂ ਸਭ ਪਖੰਡ ਹਨ। ਇਸ ਕਲਯੁੱਗ ਦੇ ਅੰਦਰ ਕਲਮੈ ਮੈਲ ਭਰੀਜੈ, ਮੈਲ ਭਰਦੀ ਹੈ ਇਹਨਾਂ ਧਰਮ ਕਰਮ ਦੇ ਪਖੰਡਾਂ ਨਾਲ। ਕਿਉਂਕਿ ਪਹਿਲੇ ਜਨਮਾਂ 'ਚ ਇਹ ਹੁੰਦੇ ਸੀ, ਇਹਨਾਂ ਦੀ ਵੈਲਿਊ ਸੀ, ਹੁਣ ਵੀ ਹੈ। ਲੇਕਿਨ ਜੇ ਮੁਕਤੀ ਲੈਣੀ ਹੈ ਨਾ, ਮੁਕਤੀ ਵਾਸਤੇ ਇਹ ਕਰਮ ਧਰਮ ਨਹੀਂ ਹੈਗੇ। ਮੁਕਤੀ ਵਾਸਤੇ ਸਿਰਫ ਨਿਰਵਾਣ ਕੀਰਤਨ ਕਰਤੇ ਕਾ, ਜੋ ਅੰਦਰ ਹੋ ਰਿਹਾ ਹੈ ਉਸ ਸ਼ਬਦ ਦੇ ਨਾਲ ਜੁੜੋ, ਨਾਮ ਦੇ ਨਾਲ ਜੁੜੋ। ਬਾਣੀ ਦੇ ਅੰਦਰ ਬਹੁਤ ਜਗ੍ਹਾ ਲਿਖਿਆ, ਬਾਣੀ ਨੂੰ ਬਿਲਕੁਲ ਜ਼ਰੂਰ ਆਪਣੇ ਧਿਆਨ ਨਾਲ ਪੜ੍ਹਨਾ ਚਾਹੀਦਾ। ਸਾਧ ਸੰਗ ਜੋ ਹਰ ਗੁਣ ਗਾਵੈ, ਸੋ ਨਿਰਮਲ ਕਰ ਲੀਜੈ। ਜਿਹੜਾ ਸਾਧ ਦੇ ਸੰਗ ਰੱਬ ਦਾ ਗੁਣ ਗਾਉਂਦਾ ਹੈ, ਜੋ ਹਰੀ ਦਾ ਗੁਣ ਗਾਉਂਦਾ ਹੈ, ਗੁਣ ਗਾਵੈ ਸੋ ਨਿਰਮਲ ਕਰ ਲੀਜੈ। ਉਹ ਆਪਣੇ ਆਪ ਨੂੰ ਨਿਰਮਲ ਕਰ ਲੈਂਦਾ ਹੈ, ਆਪਣੇ ਮਨ ਨੂੰ, ਆਤਮਾ ਬੁੱਧੀ ਨੂੰ, ਆਪਣੇ ਸਭ ਕਾਸੇ ਸਰੀਰ ਨੂੰ ਨਿਰਮਲ ਕਰ ਲੈਂਦਾ ਹੈ। ਉਹਦਾ ਮਨ ਨਿਰਮਲ ਹੋ ਜਾਂਦਾ ਹੈ। ਜਦੋਂ ਮਨ ਨਿਰਮਲ ਹੋ ਗਿਆ, ਤਨ ਨਿਰਮਲ ਹੋ ਗਿਆ, ਫਿਰ ਪਰਮਾਤਮਾ ਨੂੰ ਮਿਲਣ 'ਚ ਕੋਈ ਡਰ ਨਹੀਂ ਹੈਗਾ। ਪਰਮਾਤਮਾ ਫਿਰ ਖੁਦ ਆ ਕਹਿੰਦਾ ਵੀ ਆ ਭਾਈ ਮੈਨੂੰ ਮਿਲ। ਵੇਦ ਕਤੇਬ ਸਿਮਰਤ ਸਭ ਸਾਸਤ, ਇਨ ਪੜ੍ਹਿਆ ਮੁਕਤ ਨਾ ਹੋਈ। ਦੇਖੋ ਮਹਾਰਾਜ ਨੇ ਸਾਰਿਆਂ ਦੇ ਹੀ ਲਿਖਤਾ, ਵੇਦ ਹਿੰਦੂਆਂ ਦੇ ਵੇਦ, ਕਤੇਬ ਮੁਸਲਮਾਨਾਂ ਦੀਆਂ ਕਿਤਾਬਾਂ, ਸਿਮਰਤੀਆਂ, ਸਭ ਸ਼ਾਸਤਰ, ਹੁਣ ਜਿੰਨੇ ਵੀ ਸ਼ਾਸਤਰ ਹੈ, ਹੁਣ ਤੱਕ ਜਿੰਨੇ ਵੀ ਸ਼ਾਸਤਰ ਹੈ, ਇਹ ਸਾਰਿਆਂ ਵਾਸਤੇ ਲਿਖਤਾ। ਇਹਨਾਂ ਨੂੰ ਪੜ੍ਹ ਕੇ ਮੁਕਤੀ ਨਹੀਂ ਹੁੰਦੀ ਹੈਗੀ। ਇਹਨਾਂ ਦੇ ਉੱਤੇ ਵਿਚਾਰ ਕਰੋ। ਜਿਹੜੇ ਵੀ ਤੁਸੀਂ ਗ੍ਰੰਥ ਨੂੰ, ਵੇਦ ਸ਼ਾਸਤਰ ਨੂੰ ਪੜ੍ਹਦੇ ਹੋ, ਉਹਦੇ ਉੱਤੇ ਵਿਚਾਰ ਕਰੋ। ਪੜ੍ਹਨ ਦੇ ਨਾਲ ਮੁਕਤੀ ਨਹੀਂ ਹੋਣੀ, ਬਾਰ-ਬਾਰ ਪੜ੍ਹਨ ਦੇ ਨਾਲ ਮੁਕਤੀ ਨਹੀਂ ਹੋਣੀ। ਇਹਨਾਂ ਦੇ ਉੱਤੇ ਅਮਲ ਕਰੋ, ਵਿਚਾਰ ਕਰੋ ਵੀ ਰੱਬ ਸਾਨੂੰ ਕਿੱਦਾਂ ਮਿਲੂਗਾ, ਕਿੱਥੇ ਮਿਲੂਗਾ। ਏਕ ਅੱਖਰ ਜੋ ਗੁਰਮੁਖ ਜਾਪੈ, ਤਿਨ ਕੀ ਨਿਰਮਲ ਸੋਈ। ਜਿਹੜਾ ਇੱਕ ਅੱਖਰ ਵੀ ਪੜ੍ਹ ਲੂਗਾ ਔਰ ਆਪਣੇ ਅੰਦਰ ਜਾਣ ਦੀ ਕੋਸ਼ਿਸ਼ ਕਰੂਗਾ, ਉਹ ਗੁਰਮੁਖ ਬਣ ਜੂਗਾ। ਉਹ ਜਾਪ ਜਪੂਗਾ, ਤਿਸ ਕੀ ਨਿਰਮਲ ਸੋਈ। ਉਹਦੀ ਜਿਹੜੀ ਘਾਲਣਾ ਹੈ, ਘਾਲੀ ਜਾਊਗੀ। ਉਹਦੀ ਜਿਹੜੀ ਸਰੀਰ ਹੈ, ਮਨ ਹੈ, ਬੁੱਧੀ ਹੈ, ਨਿਰਮਲ ਹੋ ਜੂਗੀ। ਉਹ ਨਿਰਮਲ ਸੋਈ, ਉਹ ਨਿਰਮਲ ਹੋ ਜੂਗਾ।
एक अखर जो गुरमुख जप है, ਜਿਹੜਾ ਇੱਕ ਅੱਖਰ ਦਾ ਵੀ ਜਾਪ ਕਰੂਗਾ, ਇਸकी निर्मल सोई। ਜੇ ਨਿਰਮਲ ਹੋਣਾ ਹੈ ਤਾਂ ਆਪਣੇ ਅੰਦਰ ਸ਼ਬਦ ਦਾ ਜਾਪ ਕਰੋ, ਨਾਮ ਦਾ ਖੋਜ ਕਰੋ। ਇਹ ਕੋਈ ਸਾਡੇ ਵਾਸਤੇ ਨਹੀਂ ਹੈਗਾ ਵੀ ਕਿਸੇ ਖਾਸ ਜਾਤ ਵਾਸਤੇ ਜਾਂ ਖਾਸ ਬੰਦੇ ਵਾਸਤੇ ਹੈ, ਕਿਉਂ ਪਹਿਲਾਂ ਹੁੰਦੇ ਤੇ ਵੀ ਕੋਈ ਪੜ੍ਹ ਸਕਦਾ, ਕੋਈ ਨਹੀਂ ਪੜ੍ਹ ਸਕਦਾ, ਕੋਈ ਭਗਤੀ ਕਰ ਸਕਦਾ, ਕੋਈ ਨਹੀਂ ਕਰ ਸਕਦਾ। ਲੇਕਿਨ ਸਿੱਖ ਧਰਮ ਦੇ ਅੰਦਰ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਮਹਾਰਾਜ ਨੇ ਸਾਫ਼ ਲਿਖਦਾ ਹੈ ਵੀ ਇਹ ਜਿਹੜੀ ਭਗਤੀ ਹੈ ਇਹ ਖੱਤਰੀ, ਬ੍ਰਾਹਮਣ, ਸ਼ੂਦ, ਵੈਸ਼, ਉਪਦੇਸ਼ ਚੌ ਵਰਨਾਂ ਕੋ ਸਾਂਝਾ। ਖੱਤਰੀਆਂ ਨੂੰ, ਬ੍ਰਾਹਮਣਾਂ ਨੂੰ, ਸ਼ੂਦ, ਵੈਸ਼, ਉਪਦੇਸ਼ ਚੌ ਵਰਨਾਂ ਕੋ ਸਾਂਝਾ। ਇਹ ਚਾਰੇ ਵਰਨਾਂ ਨੂੰ ਸਾਂਝਾ ਉਪਦੇਸ਼ ਹੈ ਵੀ ਕੀ ਕਰਮ ਧਰਮ ਜਿਹੜੇ ਬਾਹਰ ਦੇ ਹੈ ਇਹ ਬੇਸ਼ੱਕ ਕਰੋ ਤੁਸੀਂ ਥੋੜ੍ਹੇ ਬਹੁਤੇ, ਲੇਕਿਨ ਇਹਨਾਂ ਦੇ ਨਾਲ ਨਾਲ ਅੰਦਰ ਦੀ ਭਗਤੀ ਵੀ ਕਰੋ। ਸਤਿਨਾਮ ਸ੍ਰੀ ਵਾਹਿਗੁਰੂ 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 ਵਾਹਿਗੁਰੂ।